ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ 1 ਅਗਸਤ 2022 ਨੂੰ ਆਪਣਾ ਇੱਕ ਨੋਟਿਸ ਆਇਆ ਵਾ ਕਾਉਂਸਲਿੰਗ ਦਾ, ਜਿਹੜੀਆਂ ਕਿ ਹੁਣੇ ਰੀਸੈਂਟਲੀ 22 ਜੁਲਾਈ ਤੋਂ ਲੈ ਕੇ ਜੋ ਆਪਣਾ 26 ਜੁਲਾਈ ਤੱਕ, ਠੀਕ ਆ, ਜੋ ਟਾਈਪਿੰਗ ਟੈਸਟ ਹੋਇਆ ਸੀ ਕਲਰਕ, IT ਕਲਰਕ ਤੇ ਅਕਾਊਂਟਸ ਕਲਰਕ ਦਾ ਜੋ ਵੀ ਟੈਸਟ ਹੋਇਆ ਸੀ, ਉਹਦੇ ਦੌਰਾਨ ਉਹਨਾਂ ਨੇ ਟਾਈਪਿੰਗ ਟੈਸਟ ਦੇ ਵਿੱਚ ਜਿਹੜੇ ਉਮੀਦਵਾਰ ਸਫਲ ਹੋਏ ਸੀ ਉਹਨਾਂ ਦੀ ਕਾਉਂਸਲਿੰਗ ਮਿਤੀ ਦਾ ਐਲਾਨ ਕਰ ਦਿੱਤਾ, ਜਿਹੜੀ ਕਿ ਡਾਕੂਮੈਂਟ ਵੈਰੀਫਿਕੇਸ਼ਨ ਸਾਰੀ ਹੋਏਗੀ ਉਹ 'ਚ 3 ਤਰੀਕ ਤੋਂ ਲੈ ਕੇ 10 ਅਗਸਤ ਤੱਕ, ਠੀਕ ਆ, 3 ਅਗਸਤ ਤੋਂ ਲੈ ਕੇ 10 ਅਗਸਤ ਤੱਕ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਨਾਲ ਦੇ ਵੈਸੇ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਵਾ। ਸੋ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਸਿਰਫ ਇਹੀ ਆ ਕਿ ਜਿਹੜੇ ਕੁਝ ਕੈਂਡੀਡੇਟ ਆਪਣੇ ਨਹੀਂ ਇਹਦੇ ਵਿੱਚ ਹੁੰਦੇ ਕਿ ਆਪਣਾ ਟੈਲੀਗ੍ਰਾਮ ਗਰੁੱਪਸ ਵਗੈਰਾ ਦੇ ਉੱਤੇ ਨਹੀਂ ਜੁਆਇਨ ਕੀਤੇ ਹੁੰਦੇ, ਤਾਂ ਟੈਲੀਗ੍ਰਾਮ ਅਕਾਊਂਟਸ ਉਹਨਾਂ ਦਾ ਅਕਾਊਂਟ ਨਹੀਂ ਹੁੰਦਾ, ਤਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਆਪਣੇ ਜੋ ਡਾਕੂਮੈਂਟ ਉਹਨਾਂ ਦੇ ਪੈਂਡਿੰਗ ਪਏ ਹੋਏ ਜੋ ਵੀ ਡਾਕੂਮੈਂਟਸ ਵਗੈਰਾ ਉਹਨਾਂ ਨੇ ਬਣਾਉਣੇ ਹੋਣਗੇ ਉਹ ਇਸ ਟਾਈਮ ਬਣਾ ਸਕਦਾ ਵਾ, ਠੀਕ ਆ। ਸੋ ਦੇਖ ਲਓ ਜੀ, ਹੁਣ ਇਹਦੇ ਵਿੱਚ ਬਹੁਤ ਜਲਦੀ ਪ੍ਰੋਸੈਸ ਹੋ ਰਹੀ ਆ। ਅੱਜ 1 ਅਗਸਤ ਦਾ 3 ਤਰੀਕ ਤੋਂ ਟਾਈਪਿੰਗ ਦਾ ਉਹ ਆਪਣਾ ਕਾਉਂਸਲਿੰਗ ਦੀ ਮਿਤੀ ਸ਼ੁਰੂ ਹੋ ਗਈ ਆ। 10 ਤਰੀਕ ਤੱਕ ਇਹ ਕਾਉਂਸਲਿੰਗ ਚੱਲੂਗੀ। ਜਿਹੜੇ ਉਮੀਦਵਾਰ ਪਾਸ ਹੋਏ ਸੀ ਟਾਈਪਿੰਗ ਟੈਸਟ ਦੇ ਵਿੱਚ, ਕੁਆਲੀਫਾਈ ਕੀਤੇ ਸੀ, ਸਾਰਿਆਂ ਦਾ ਨਾਮ ਇਹਦੇ ਵਿੱਚ ਆਲਮੋਸਟ ਹੋਣਗੇ। ਜਿਹੜੇ ਵੀ ਜਿੰਨੇ ਵੀ ਕੈਂਡੀਡੇਟ, ਜਿੱਦਾਂ ਕਿ 2500 ਸ਼ਾਇਦ 55 ਕੈਂਡੀਡੇਟ ਟੋਟਲ ਬਣਦੇ ਸੀਗੇ, ਸੋ ਸਾਰਿਆਂ ਦਾ ਨਾਮ ਹੈ। ਤੇ IT ਕਲਰਕ ਦੇ ਵਿੱਚ ਵੀ ਜਿੰਨੇ ਵੀ ਆਪਣੇ ਟਾਈਪਿੰਗ ਟੈਸਟ 'ਚ ਕੁਆਲੀਫਾਈ ਕੀਤੇ ਸੀ ਸਾਰਿਆਂ ਦਾ ਨਾਮ ਇਹ 'ਚ ਬਣ ਗਿਆ। ਸੋ ਇਹ ਤੋਂ ਆਪਾਂ ਉਮੀਦ ਕਰ ਸਕਦੇ ਹਾਂ ਕਿ ਇਹ ਭਰਤੀ ਹੁਣ ਬਹੁਤ ਜਲਦੀ ਸਿਰੇ ਚੜ੍ਹਨ ਜਾ ਰਹੀ ਆ। ਸੋ ਅੱਗੇ ਦੇਖਦੇ ਹਾਂ ਜੀ, ਹੁਣ ਇਹਨਾਂ ਨੇ ਕਿੱਥੇ ਬੁਲਾਇਆ ਵਾ ਜੀ। ਇਹਨਾਂ ਨੇ ਪਹਿਲਾਂ ਤਾਂ ਇਹ ਸਾਰਾ ਕੁਝ ਦਿੱਤਾ ਹੋਇਆ ਕਿ ਕਿਹੜੀ ਤੁਸੀਂ ਚੀਜ਼ ਨਾਲ ਲੈ ਕੇ ਜਾਣੀ ਆ। ਜਲ ਸਰੋਤ ਭਵਨ ਵਾ ਸੈਕਟਰ 68 ਮੋਹਾਲੀ ਪੰਜਾਬ ਦੇ ਵਿਖੇ ਤੁਹਾਡੀ ਕਾਉਂਸਲਿੰਗ ਹੋਏਗੀ। ਪਹਿਲਾਂ ਤਾਂ ਤੁਸੀਂ ਇਹ ਆਪਣਾ ਐਡਰੈਸ ਨੋਟ ਕਰ ਲਓ। ਦੂਜਾ, ਕਾਉਂਸਲਿੰਗ ਤੇ ਬੁਲਾਏ ਜਾਣ ਜਾਂ ਹਾਜ਼ਰ ਹੋਣ ਨਾਲ ਉਮੀਦਵਾਰ ਦਾ ਸੰਬੰਧਿਤ ਅਸਾਮੀ ਤੇ ਨਿਯੁਕਤੀ ਲਈ ਅਧਿਕਾਰ ਨਹੀਂ ਬਣ ਜਾਂਦਾ। ਮਤਲਬ ਸਿਰਫ ਇਹ ਕਾਉਂਸਲਿੰਗ ਆ। ਫਾਈਨਲ ਮੈਰਿਟ ਲਿਸਟ ਤੁਹਾਡੀ ਕਾਉਂਸਲਿੰਗ ਤੋਂ ਬਾਅਦ ਜਾਰੀ ਹੋਏਗੀ, ਜਿਹਦੇ ਵਿੱਚ ਕਿ ਫਾਈਨਲ ਲਿਸਟ ਪੂਰੀ ਜਾਰੀ ਹੋ ਜਾਏਗੀ ਕਿ ਇੰਨੀ ਕੈਂਡੀਡੇਟ ਆਪਣੇ ਆਪਣਾ ਰੈਂਕ ਦੇ ਆਧਾਰ ਦੇ ਉੱਤੇ, ਮੈਰਿਟ ਦੇ ਆਧਾਰ ਤੇ ਉਹਨਾਂ ਦੀ ਲਿਸਟ ਬਣ ਜਾਏਗੀ ਕਿ ਕਿੰਨੇ ਕੈਂਡੀਡੇਟ ਐਬਸੈਂਟ ਰਹਿੰਦੇ ਨੇ, ਕਿੰਨੇ ਕੈਂਡੀਡੇਟ ਨੇ ਜਿਨ੍ਹਾਂ ਦਾ ਕਿ DV ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ, ਕਿ ਉਹਨਾਂ ਦੇ ਡਾਕੂਮੈਂਟਸ ਵਗੈਰਾ ਸਾਰੇ ਵੈਰੀਫਾਈ ਹੋਣਗੇ। ਹੁਣ ਇਹ ਸਾਰਾ ਕੁਝ ਇਹਨਾਂ ਨੇ ਅਨੈਕਸਚਰ 1 A B ਤੇ C ਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ, ਠੀਕ ਆ। F ਦੇ ਵਿੱਚ ਕੇਵਲ ਕਾਉਂਸਲਿੰਗ ਲਈ ਸ਼ਡਿਊਲ ਜਾਰੀ ਕੀਤਾ ਵਾ, ਜਿਹਦੇ ਵਿੱਚ ਕਿ ਅੰਤਿਮ ਮੈਰਿਟ ਲਿਸਟ ਨਹੀਂ ਗੀ ਇਹ, ਠੀਕ ਆ। ਸਿਰਫ ਮਤਲਬ ਉਮੀਦਵਾਰਾਂ ਦੇ ਨਾਮ ਦਿੱਤੇ ਹੋਏ ਨੇ। ਕਾਉਂਸਲਿੰਗ ਤੇ ਹਾਜ਼ਰ ਹੋਣ ਵਾਲੇ ਨੂੰ D ਦੇ ਵਿੱਚ ਦਰਸਾਈਆਂ ਗਈਆਂ ਕੋਵਿਡ, ਸੋ ਇਹ ਆਪਣੇ ਦੇਖਯੋਗ ਹੈ ਨਹੀਂਗਾ। ਸੋ ਆਪਾਂ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਤਰਤੀਬਵਾਰ ਤੁਸੀਂ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਅਨੈਕਸਚਰ E ਦੇ ਵਿੱਚ, ਤਰਤੀਬਵਾਰ ਇੱਕ ਨਾ ਫਾਈਲ ਆਉਂਦੀ ਹੁੰਦੀ ਆ, ਦਸਤਾਵੇਜ਼ ਫਾਈਲ, ਉਹਦੇ ਵਿੱਚ ਟੈਗ ਕਰਕੇ ਪੇਸ਼ ਕਰਨਾ। ਪਲਾਸਟਿਕ ਦੀ ਨਹੀਂ, ਇੱਕ ਆਪਣੀ ਦੂਸਰੀ ਗੱਤੇ ਦੀ ਫਾਈਲ ਆਉਂਦੀ ਹੁੰਦੀ ਆ, ਨਾਰਮਲ ਜਿਹੜੀ ਹੁੰਦੀ ਆ, ਠੀਕ ਆ, ਜੋ ਆਪਣੀ ਆਫਿਸ ਫਾਈਲ ਜਾ ਕੇ ਤੁਸੀਂ ਕਹਿ ਦੋਗੇ, ਉਹਦੇ ਨਾਲ ਟੈਗ ਲੱਗ ਜਾਂਦਾ ਹੁੰਦਾ ਹੈ। ਉਹਦੇ ਵਿੱਚ ਤੁਸੀਂ ਪਾ ਕੇ ਲੈ ਕੇ ਜਾਣੇ ਆ ਸਾਰੇ ਡਾਕੂਮੈਂਟ, ਠੀਕ ਆ, ਫੋਟੋ ਕਾਪੀਆਂ ਉਹਨਾਂ ਦੀਆਂ ਤੇ ਨਾਲ ਓਰੀਜਨਲ ਵੀ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕੀ ਆ। ਹੁਣ ਅਨੈਕਸਚਰ A ਦੇ ਵਿੱਚ ਇੱਥੇ ਤੁਸੀਂ ਆਪਣੀ ਫੋਟੋ ਲਾਉਣੀ ਆ, ਸਾਰਿਆਂ ਨੂੰ ਪਤਾ, ਠੀਕ ਆ। ਇੱਥੇ ਆਪਣੀ ਕਾਉਂਸਲਿੰਗ ਦੀ ਮਿਤੀ, ਜਿਹੜੀ ਤਰੀਕ ਆ ਤੁਹਾਡੀ, ਠੀਕ ਆ, ਅਪਲਾਈ ਕੀਤੀ ਗਈ ਅਸਾਮੀ ਦਾ ਨਾਮ ਤੇ ਇਸ਼ਤਿਹਾਰ ਦਾ ਨੰਬਰ, ਇਸ਼ਤਿਹਾਰ ਨੰਬਰ ਆਹੀ ਜਿੱਦਾਂ 17 ਵਾ 18 ਵਾ ਜਾਂ 19 ਆ। ਐਪਲੀਕੇਸ਼ਨ ਨੰਬਰ, ਜਿਹੜਾ ਤੁਹਾਡਾ ਐਪਲੀਕੇਸ਼ਨ ਨੰਬਰ ਹੋਊਗਾ, ਠੀਕ ਆ, ਜਦੋਂ ਤੁਸੀਂ ਐਪਲੀਕੇਸ਼ਨ ਆਨਲਾਈਨ ਐਪਲੀਕੇਸ਼ਨ ਫਾਰਮ ਫਿਲ ਕੀਤਾ ਸੀ ਉਹਦੇ ਵਿੱਚ ਤੁਹਾਡਾ ਹੋਏਗਾ, ਤੇ ਰੋਲ ਨੰਬਰ ਜਿਹੜਾ ਜਿਹਦੇ ਤਹਿਤ ਤੁਸੀਂ ਮਤਲਬ ਕਿ ਆਪਣਾ ਰਿਟਨ ਐਗਜ਼ਾਮ ਤੁਹਾਡਾ ਹੋਇਆ ਸੀ, ਠੀਕ ਆ। ਅਪਲਾਈ ਕੀਤੀ ਗਈ ਕੈਟਾਗਰੀ, ਜਿਹੜੀ ਕਿ ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕੀਤਾ ਸੀ, ਤੇ ਕੈਟਾਗਰੀ ਦਾ ਕੋਡ, ਲਿਖਤੀ ਪ੍ਰੀਖਿਆ 'ਚ ਤੁਹਾਡੇ ਕਿੰਨੇ ਅੰਕ ਆਏ ਆ, ਠੀਕ ਆ। ਇਹ ਆਪਣੇ ਜਿਹੜਾ ਰਿਟਨ ਐਗਜ਼ਾਮ ਹੋਇਆ ਸੀ। ਉਮੀਦਵਾਰ ਦਾ ਨਾਮ, ਪਿਤਾ ਦਾ ਨਾਮ, ਜਨਮ ਮਿਤੀ ਪਾਉਣੀ ਆ, ਤੇ 1/1/2021 ਨੂੰ ਕਿੰਨੀ ਉਮਰ ਸੀ, ਠੀਕ ਆ। 10ਵੀਂ ਪੰਜਾਬੀ ਪੱਧਰ ਤੇ ਪਾਸ ਕੀਤੀ ਆ ਕਿ ਨਹੀਂ, ਹਾਂ ਲਾਉਣਾ ਮੈਂ, ਠੀਕ। ਕੀ ਤੁਸੀਂ ਵਿਮੁਕਤ ਜਾਤੀ ਨਾਲ ਸੰਬੰਧਿਤ ਰੱਖਦੇ ਹੋ, ਇਹ ਤੁਸੀਂ ਦੇਖ ਲੈਣਾ ਮੈਂ, ਠੀਕ ਆ, ਜੋ ਵੀ ਬਣਦੀ ਆ। ਰਹਿائشੀ ਪਤਾ ਜਿਹੜਾ ਸਾਰਾ ਤੁਹਾਡਾ ਜਿਹੜਾ ਤੁਸੀਂ ਉੱਥੇ ਅਪਲੋਡ ਕੀਤਾ ਵਾ ਉਹ, ਠੀਕ ਆ। ਮੋਬਾਈਲ ਨੰਬਰ ਸਾਰੇ ਤੁਸੀਂ ਦੋਨੇ ਪਾ ਦੇਣੇ ਆ, ਠੀਕ ਆ। ਇੱਕ ਆਪਦਾ ਪਾ ਦਿਓ, ਇੱਕ ਆਪਣੇ ਕਿਸੇ ਪੇਰੈਂਟਸ ਦਾ ਪਾ ਦਿਓ, ਠੀਕ ਆ, ਕਿ ਕੱਲ ਨੂੰ ਤੁਹਾਨੂੰ ਕਾਲ ਵਗੈਰਾ ਆਵੇ ਤਾਂ ਤੁਹਾਡੀ ਮਿਸ ਨਾ ਹੋਵੇ ਅਗਰ ਤੁਹਾਡਾ ਫੋਨ ਨਹੀਂਗਾ। ਹੁਣ ਇਹਦੇ ਉੱਤੇ ਤੁਸੀਂ ਸਾਰਾ ਲਿਖਣਾ 10ਵੀਂ 12ਵੀਂ ਡਿਗਰੀ ਤੇ ਕੰਪਿਊਟਰ ਸਰਟੀਫਿਕੇਟ, ਬੋਰਡ ਜਾਂ ਕੋਈ ਵੀ ਤੁਹਾਡੀ ਯੂਨੀਵਰਸਿਟੀ ਆ, ਠੀਕ ਆ। ਇੱਥੇ ਤੁਸੀਂ ਲਿਖਣਾ ਬੋਰਡ ਦਾ ਨਾਮ, ਸਾਲ, ਜਿੰਨੇ ਤੁਹਾਡੇ ਕੁੱਲ ਅੰਕ ਸੀ, ਪ੍ਰਾਪਤ ਤੁਸੀਂ ਕਿੰਨੇ ਕਿਤੇ, ਪ੍ਰਤੀਸ਼ਤ ਅੰਕ, ਮਤਲਬ ਇਹ ਸਾਰਾ ਤੁਸੀਂ ਉਹਦੇ ਵਿੱਚ ਫਿਲ ਕੀਤਾ ਹੋਊਗਾ, ਉਹੀ ਸੇਮ ਟੂ ਸੇਮ ਭਰ ਦੇਣਾ ਮੈਂ, ਠੀਕ ਆ। ਬਾਈ ਚਾਂਸ ਤੁਹਾਡੇ ਤੋਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਮੈਂ ਜੀ, ਬਾਈ ਚਾਂਸ ਤੁਹਾਡੇ ਤੋਂ ਐਪਲੀਕੇਸ਼ਨ ਫਾਰਮ ਦੇ ਵਿੱਚ ਕੋਈ ਅੰਕ ਜਾਂ ਪ੍ਰਤੀਸ਼ਤ ਦੇ ਵਿੱਚ ਜਾਂ ਸਾਲ ਦੇ ਵਿੱਚ ਕੋਈ ਗੜਬੜ ਕੀਤੀ ਹੈ, ਇੱਥੇ ਬਿਲਕੁਲ ਸਹੀ ਭਰਿਓ, ਉਹਦੇ ਮੁਤਾਬਕ ਨਾ ਭਰਿਓ। ਜਿਹੜੇ ਤੁਹਾਡੇ ਡਾਕੂਮੈਂਟਸ ਦੇ ਉੱਤੇ ਜਿਹੜੀ ਸਹੀ ਚੀਜ਼ ਮੈਂਸ਼ਨ ਆ ਉਹਨੂੰ ਭਰਿਓ, ਠੀਕ ਆ। ਸੋ ਆਪਣੇ ਉਹਦੇ ਆਧਾਰ ਤੇ ਨਾ ਭਰ ਦਿਓ ਕਿ ਮੈਂ ਉਹਦੇ ਤੇ ਪਰਸੈਂਟੇਜ ਮੇਰੀ ਗਲਤ ਲਗਾਈ ਸੀ ਜਾਂ ਹੋ ਗਈ ਸੀ, ਵੀ ਇੱਥੇ ਮੈਂ ਉਹੀ ਭਰਨਾ। ਜਿਹੜੇ ਤੁਹਾਡੇ ਸਹੀ ਦਸਤਾਵੇਜ਼ਾਂ ਦੇ ਉੱਤੇ ਬਣਦੇ ਆ ਉਹ ਭਰਨੇ ਆ, ਠੀਕ ਆ। ਸੋ ਇਹਦੇ ਵਿੱਚ ਸਾਰਾ ਕੁਝ ਦਿੱਤਾ ਕਿ ਇਹ ਮੇਰੇ ਭਰੇ ਅੰਕ ਨੇ, ਸਾਰਾ ਕੁਝ ਬਸ ਇਹ ਕਰਕੇ ਤੁਸੀਂ ਡਾਕੂਮੈਂਟ, ਮੇਰੇ ਤੋਂ ਕੋਈ ਤੱਥ ਛਪਾਇਆ ਨਹੀਂ, ਇੱਥੇ ਤੁਸੀਂ ਸਾਈਨ ਕਰਨੇ ਆ, ਤੇ ਆਹ ਤੁਸੀਂ ਨਹੀਂ ਭਰਨਾ, ਠੀਕ ਆ। ਇਹ ਦਫ਼ਤਰੀ ਵਰਤੋਂ ਲਈ ਆ, ਸਾਰਾ ਕੁਝ ਪੰਜਾਬੀ 'ਚ ਲਿਖਿਆ ਹੋਇਆ, ਠੀਕ ਆ। ਇਹ ਸਾਰਾ ਕੁਝ ਉਹਨਾਂ ਨੇ ਭਰਨਾ, ਦਫ਼ਤਰੀ ਵਰਤੋਂ ਲਈ ਆ, ਸਾਰਾ ਕੁਝ ਇਹਨਾਂ ਨੇ ਹਸਤਾਖਰ ਕਰਨਗੇ ਵੀ ਹਾਂ ਆਹ ਸਰਟੀਫਿਕੇਟ ਹੈਗੇ ਸੀ ਕਿ ਨਹੀਂ ਹੈ। ਹੁਣ ਅਨੈਕਸਚਰ B ਦੇ ਵਿੱਚ, ਠੀਕ ਆ ਜੀ। ਹੁਣ ਇਹਦੇ ਵਿੱਚ ਵੀ ਤੁਸੀਂ ਸੇਮ ਟੂ ਸੇਮ ਉਹੀ ਚੀਜ਼ ਆ ਕਿ ਮੈਂ ਇੱਕ ਸੈਲਫ ਡੈਕਲੇਰੇਸ਼ਨ ਦੇਣੀ ਆ, ਸਵੈ ਘੋਸ਼ਣਾ ਦੇਣੀ ਆ, ਜਿਹਦੇ ਵਿੱਚ ਕਿ ਆਪਦਾ ਸਾਰਾ ਨਾਲ ਕੈਟਾਗਰੀ, ਕਿੱਥੋਂ ਦੇ ਤੁਸੀਂ ਵਾਸੀ ਹੋ, ਆਪਦੇ ਫਾਦਰਸ ਨੇਮ, ਕਿਹੜੇ ਰੋਲ ਨੰਬਰ ਦੇ ਅਧੀਨ ਕਿਹੜੀ ਅਸਾਮੀ 'ਚ ਤੁਸੀਂ ਅਪਲਾਈ ਕੀਤਾ ਸੀ, ਸਾਰੀਆਂ ਸ਼ਰਤਾਂ ਦੇ ਅਨੁਸਾਰ ਤੁਸੀਂ ਇਹਦੇ ਵਿੱਚ ਨੀਚੇ ਆਪਦਾ ਉਹੀ ਚੀਜ਼ਾਂ ਸੇਮ ਟੂ ਸੇਮ ਤੁਹਾਡਾ ਹੋ ਜਾਏਗਾ, ਠੀਕ ਆ। ਸੋ ਇਹਦੇ ਵਿੱਚ ਸਾਰੀਆਂ ਚੀਜ਼ਾਂ ਤੁਸੀਂ ਰੈਗੂਲਰ ਕੀਤੀ ਆ, ਡਿਸਟੈਂਸ ਕੀਤੀ ਆ, ਸਾਰਾ ਤੁਹਾਨੂੰ ਇੱਥੇ ਪੰਜਾਬੀ 'ਚ ਲਿਖਿਆ ਹੋਇਆ, ਤੇ ਥੱਲੇ ਤੁਸੀਂ ਫਿਲ ਕਰ ਦੇਣਾ, ਠੀਕ ਆ। ਇਹ 'ਚ ਸਮਝਾਉਣ ਵਾਲਾ ਕੁਝ ਵੀ ਹੈ ਨਹੀਂਗਾ, ਪੰਜਾਬੀ 'ਚ ਲਿਖਿਆ ਹੋਇਆ ਵਾ।
ਹਾਂ ਜੀ, ਇਹਦੇ ਵਿੱਚ ਇਹਨਾਂ ਨੇ ਦਿੱਤਾ ਕਿ ਦਫ਼ਤਰ ਦੌਰਾਨ ਪੜ੍ਹੇ ਗਏ ਵਿਸ਼ੇ ਪੜ੍ਹਾਉਣ ਵਾਲੇ ਅਧਿਆਪਕ ਦਾ ਨਾਂ, ਜਿੱਥੇ ਕਲਾਸ ਲੈਕਚਰ ਲਗਾਏ। ਸੋ ਇਹ ਤੁਸੀਂ ਡਿਟੇਲ ਥੋੜ੍ਹੀ ਬਹੁਤ ਭਰ ਸਕਦੇ ਹੋ, ਠੀਕ ਆ। ਸੋ ਜੋ ਵੀ ਤੁਹਾਨੂੰ ਯਾਦ ਹੋਵੇ, ਕਿਉਂਕਿ 10ਵੀਂ 12ਵੀਂ ਤੁਸੀਂ ਬਹੁਤ ਟਾਈਮ ਪਹਿਲਾਂ ਦੇ ਪੜ੍ਹੀ ਹੋਗੀ, ਪਰ ਵਿਸ਼ੇ ਦਾ ਤੁਹਾਨੂੰ ਪਤਾ ਹੋਵੇਗਾ। ਕੋਈ ਵੀ ਵਿਸ਼ਾ ਤੁਸੀਂ ਭਰ ਸਕਦੇ ਹੋ, ਕਿ ਜਿੱਦਾਂ ਕਿ ਤੁਸੀਂ ਆਰਟਸ ਦੇ ਵਿੱਚ ਕੀਤੀ ਆ, ਜਾਂ ਤੁਸੀਂ ਆਪਣੇ ਨੋਨ ਮੈਡੀਕਲ ਦੇ ਵਿੱਚ ਕੀਤੀ ਆ, ਡਿਗਰੀ ਭਰ ਦਿਓ, ਕੰਪਿਊਟਰ ਕੋਰਸ ਦਾ ਸਾਰੀ ਡਿਟੇਲ ਭਰ ਦਿਓ। ਬਾਕੀ ਉਹੀ ਬਸ ਇੱਥੇ ਤੁਸੀਂ ਸਥਾਨ ਲਿਖਣਾ, ਇੱਥੇ ਬਿਆਨਕਰਤਾ ਨੇ ਆਪਦੇ ਸਥਾਨ ਆਪਣੇ ਸਿਗਨੇਚਰ ਕਰਨੇ ਆ। ਔਰ ਨੈਕਸਟ ਆਪਣਾ ਅਨੈਕਸਚਰ ਸੀ ਆ ਗਿਆ, ਠੀਕ ਹੈ। ਸੋ ਇਹ ਸਾਰਿਆਂ ਨੂੰ ਮਿਸ ਨਹੀਂ ਕਰਨਾ, ਇਹ ਸਾਰੇ ਜ਼ਰੂਰੀ ਨੇ ਜਿਹੜੇ ਕਿ ਤੁਹਾਨੂੰ ਇੱਥੇ ਲਿਖੇ ਹੋਏ ਨੇ। ਸੋ ਆਹ ਸਾਰੇ ਕਾਉਂਸਲਿੰਗ ਦੀ ਸੇਮ ਟੂ ਸੇਮ ਉਹੀ ਚੀਜ਼, ਮਤਲਬ ਸੇਮ ਟੂ ਸੇਮ ਉਹੀ ਐਪਲੀਕੇਸ਼ਨ ਨੰਬਰ, ਲਿਖਤੀ ਪ੍ਰੀਖਿਆ ਚ ਅੰਕ, ਸਾਰਾ ਕੁਝ ਤੁਹਾਡਾ ਇਹਦੇ ਵਿੱਚ ਅਨੈਕਸਚਰ ਚੀਜ਼ ਦੇ ਵਿੱਚ ਆ, ਠੀਕ ਆ। ਹੁਣ ਇਹਦੇ ਵਿੱਚ ਆ ਦਫ਼ਤਰੀ ਵਰਤੋਂ ਲਈ ਆ, ਠੀਕ ਆ। ਇਹਦੇ ਜਿੱਥੇ ਦਫ਼ਤਰੀ ਵਰਤੋਂ ਲਿਖਿਆ ਉੱਥੇ ਨਹੀਂ ਤੁਸੀਂ ਭਰਨਾ। 17, 18, 19 ਇਹਦੇ ਵਿੱਚ ਉਹ ਆਪਦਾ ਲਿਖਣਗੇ ਕਿ ਹਾਂ ਉਹਦੀ ਇੰਨੀ ਉਮਰ ਸੀ, ਯੋਗਵਾ ਜਾਂ ਯੋਗਾ ਆਪਦਾ ਉਹ ਲਿਖ ਕੇ। ਬਾਈ ਚਾਂਸ ਕੋਈ ਮੰਨ ਲਓ ਸਰਟੀਫਿਕੇਟ ਦੇ ਵਿੱਚ ਕੋਈ ਦਿੱਕਤ ਆਊਗੀ ਜਾਂ ਕੋਈ ਹੋਰ ਹੋਊਗੀ, ਠੀਕ ਆ, ਜਿਹੜੀ ਉਹਨਾਂ ਨੂੰ ਲੱਗੇਗੀ ਹਾਂ ਇਹਦੇ ਕਰਕੇ ਵਿਦਨ ਹੈਲਡ ਲੱਗਿਆ ਹੋਇਆ, ਤਾਂ ਉਹ ਇੱਥੇ ਆਪਦਾ ਮੈਂਸ਼ਨ ਕਰ ਦੇਣਗੇ, ਠੀਕ ਆ। ਸੋ ਆਪਦੇ ਸਰਟੀਫਿਕੇਟ ਸਾਰੇ ਤੁਸੀਂ ਆਪਦੇ ਉਹ ਕਰਨੇ ਆ, ਠੀਕ ਆ। ਅਸਲੀ ਆਹ ਦੇਖੋ ਹੁਣ ਤਸਦੀਕ ਕੀਤਾ ਜਾਂਦਾ ਹੈ, ਇਹ ਉਹਨਾਂ ਦੇ ਮਤਲਬ ਉਹਨਾਂ ਦੇ ਕਮੇਟੀ ਦੇ ਮੈਂਬਰ ਹਸਤਾਖਰ ਕਰਨਗੇ ਕਿ ਅਸਲੀ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਾਣੇ ਆ। ਇਹ ਚੀਜ਼ ਯਾਦ ਰੱਖਣੀ ਆ। ਤੇ ਪ੍ਰਾਰਥੀ ਦਾ ਬਿਨੇ ਪੱਤਰ ਚੈੱਕ ਕਰਕੇ ਕਰ ਲਏ ਗਏ ਨੇ, ਮਤਲਬ ਇਹ ਉਹਨਾਂ ਦਾ ਅਸਲ ਸਰਟੀਫਿਕੇਟ, ਤੁਸੀਂ ਹਰੇਕ ਚੀਜ਼ ਦਾ ਅਸਲ ਸਰਟੀਫਿਕੇਟ ਵੀ ਨਾਲ ਲੈ ਕੇ ਜਾਣਾ, ਤੇ ਨਾਲ ਤੁਸੀਂ ਫੋਟੋ ਸਟੇਟਾਂ ਵੀ ਲੈ ਕੇ ਜਾਣੀਆਂ ਨੇ, ਠੀਕ ਆ। ਨੈਕਸਟ ਆ ਗਿਆ ਜੀ ਸਾਡੇ ਕੋਲੇ ਅਨੈਕਸਚਰ। ਸੋ ਇਹ ਤਾਂ ਕੋਈ ਖਾਸ ਇਹਦੇ ਵਿੱਚ ਹੈ ਨਹੀਂ ਗਾ। ਸੋ ਇਹਦੇ ਵਿੱਚ ਤੁਸੀਂ ਇਹ ਪੜ੍ਹ ਸਕਦੇ ਹੋ ਕਿ ਹਾਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਠੀਕ ਆ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲੇ ਜਿਹਦੇ ਵਿੱਚ ਕਿ ਉਮੀਦਵਾਰਾਂ ਨੇ ਦਸਤਾਵੇਜ਼ ਕਿਹੜੇ ਤਰੀਕੇ ਦੇ ਨਾਲ ਤੁਸੀਂ ਤਰਤੀਬ ਅਨੁਸਾਰ ਪਾਉਣੇ ਨੇ, ਠੀਕ ਆ। ਵੀ 1 ਨੰਬਰ ਤੇ ਇਹ, 2 ਨੰਬਰ ਤੇ ਇਹ, 3 ਨੰਬਰ ਤੇ ਕਿੱਦਾਂ ਭਰਨਾ ਹੈ ਜੀ। ਹੁਣ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇਂ ਤੁਹਾਡੇ ਕੋਲੇ ਪਹਿਲਾਂ ABC ਜਿਹੜੇ ਮੈਂ ਤੁਹਾਨੂੰ ਉੱਪਰ ਦੱਸਿਆ, ਸਾਰਾ ਤੁਹਾਡਾ ਭਰ ਕੇ ਉੱਪਰ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਲੱਗੀਆਂ ਹੋਣੀਆਂ ਚਾਹੀਦੀਆਂ। ਆਨਲਾਈਨ ਐਪਲੀਕੇਸ਼ਨ ਫਾਰਮ ਤੁਹਾਡਾ ਮਤਲਬ ਕਿ ਡਾਊਨਲੋਡ ਹੋ ਜਾਏਗਾ ਤੁਹਾਡੇ ਕੋਲ PSSB ਦੀ ਸਾਈਟ ਤੋਂ, ਉਹ ਤੁਸੀਂ ਨਾਲ ਲੈ ਕੇ ਜਾਣਾ, ਠੀਕ ਹੈ। ਇਹ ਸਿਸਟਮੈਟਿਕ ਵਾਈਜ਼ ਆ। ਜਨਮ ਮਿਤੀ ਹੋਗੀ 10ਵੀਂ ਪੱਧਰ ਤੇ ਪੰਜਾਬੀ ਪਾਸ ਦੇ ਸਬੂਤ ਵਜੋਂ ਮੈਟ੍ਰਿਕ ਪਾਸ ਤੇ ਉਹਦੇ DMC ਮਤਲਬ ਕਿ ਜੋ ਮਾਰਕਸ਼ੀਟ ਹੁੰਦੀ ਆ। 12ਵੀਂ ਦਾ ਸਰਟੀਫਿਕੇਟ DMC, ਗ੍ਰੈਜੂਏਸ਼ਨ ਸਰਟੀਫਿਕੇਟ DMC, ਰਾਖਵੀਂ ਸ਼੍ਰੇਣੀ ਕੋਈ ਵੀ ਮਤਲਬ ਤੁਸੀਂ ਸ਼੍ਰੇਣੀ ਨਾਲ ਸੰਬੰਧਿਤ ਕਰਦੇ ਹੋ ਉਹਦਾ ਕਾਸਟ ਦਾ ਸਰਟੀਫਿਕੇਟ, ਜਾਂ ਹੈਂਡੀਕੈਪਟ ਸ਼੍ਰੇਣੀ ਦਾ ਸਰਟੀਫਿਕੇਟ ਹੋ ਗਿਆ, ਠੀਕ ਹੈ ਜੀ। ਪਛੜੀਆਂ ਸ਼੍ਰੇਣੀਆਂ ਵੱਲੋਂ ਜਿਹੜਾ ਵੀ ਮਤਲਬ ਕੋਈ ਵੀ ਭਲਾਈ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜੋ ਸਰਟੀਫਿਕੇਟ ਆ ਆਮਦਨ ਆਦਿ ਦਾ, ਉਹ ਤੁਸੀਂ ਸਵੈ ਘੋਸ਼ਣਾ ਪੱਤਰ ਭਰ ਕੇ ਪੇਸ਼ ਕਰਨਾ ਵਾ। ਆਰਥਿਕ EWS ਨੇ ਆਪਦਾ ਸਰਟੀਫਿਕੇਟ ਪ੍ਰੋਡਿਊਸ ਕਰਨਾ ਵਾ, ਠੀਕ ਆ, EWS ਦਾ। ਦੈਨ EWS ਦੇ ਵਿੱਚ ਨਾ ਤੁਸੀਂ ਦੇਖ ਲਿਓ ਸਰਟੀਫਿਕੇਟ ਦੇ ਵਿੱਚ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਸੀ, ਉਹਦੇ ਵਿੱਚ ਲਿਖਿਆ ਹੁੰਦਾ ਵਾ ਕਿ ਮੰਨ ਲਓ ਤੁਸੀਂ 2021-22 ਦੇ ਵਿੱਚ ਬਣਾਇਆ, ਠੀਕ ਹੈ। 2021-22 ਦੇ ਵਿੱਚ ਤੁਸੀਂ ਬਣਾਇਆ ਵਾ, ਜਦੋਂ 2021 'ਚ ਪੋਸਟਾਂ ਆਈਆਂ ਸੀ, ਉਹਦੇ 'ਚ ਲਿਖਿਆ ਹੁੰਦਾ ਵਾ ਕਿ ਜਿਹੜੀ ਮੰਨ ਲਓ ਜਿਹੜੇ ਈਅਰ ਦੇ ਵਿੱਚ ਤੁਸੀਂ ਬਣਾਇਆ ਉਹਦੇ ਵਿੱਚ ਲਿਖਿਆ ਹੁੰਦਾ ਕਿ ਉਹ ਵੈਲਿਡ 21-22 ਲਈ ਆ ਜਾਂ 22-23 ਲਈ ਆ। ਉਹ ਦੇਖ ਕੇ ਤੁਸੀਂ ਲੈ ਜਿਓ ਇੱਕ ਵਾਰੀ, ਠੀਕ ਆ ਜੀ। ਸੋ EWS ਕਿਸੇ ਕੈਂਡੀਡੇਟ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਜਿਹੜੀ ਹੁਣੇ ਰੀਸੈਂਟਲੀ ਜੇਲ੍ਹ ਵਾਰਡਨ ਦੀ ਕਾਉਂਸਲਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ 22-23 ਦਾ ਜਿਹੜਾ ਮਤਲਬ ਹੁੰਦਾ ਵਾ 22-23 ਦਾ ਮੰਗਿਆ ਸੀ ਜਾਂ 21-22 ਦਾ ਮੰਗਿਆ ਸੀ, ਠੀਕ ਆ। ਉਹ ਮੈਨੂੰ ਦੱਸ ਦੇਣਾ। ਅਜੇ ਫਿਲਹਾਲ ਇਹਦੇ ਬਾਰੇ ਮੈਨੂੰ ਕੋਈ ਕਲੈਰਿਟੀ ਹੈ ਨਹੀਂ ਗੀ, ਠੀਕ ਆ। ਮੈਂ ਇਹੀ ਗੱਲ ਕਹਾਂ ਜੋ ਕੈਂਡੀਡੇਟ ਹੁਣੇ ਰੀਸੈਂਟਲੀ ਕੋਈ ਵੀ ਕਾਉਂਸਲਿੰਗ ਅਟੈਂਡ ਕਰਕੇ ਆਏ ਆ, ਚਾਹੇ ਪਟਵਾਰੀ ਦੀ ਕੀਤੀ ਆ ਚਾਹੇ ਉਹਦੀ ਕੀਤੀ ਆ ਆਪਣੀ, ਸੋ ਇਸੇ ਸਾਲ ਹੀ ਹੋਈ ਆ, ਸੋ ਉਹਦੇ ਅਨੁਸਾਰ ਤੁਸੀਂ ਆਪਦਾ ਚੱਲ ਸਕਦੇ ਹੋ, ਠੀਕ ਆ। ਸੋ ਮੈਨੂੰ ਜਦੋਂ ਵੀ ਇਹ ਚੀਜ਼ ਪਤਾ ਲੱਗੇਗੀ ਕਿ 21-22 ਦਾ ਚਾਹੀਦਾ ਜਾਂ 22-23 ਦਾ ਚਾਹੀਦਾ, ਸੋ ਜਿਹੜਾ ਬਣਿਆ ਹੋਇਆ ਉਹਦਾ ਤੁਹਾਨੂੰ ਚਾਹੀਦਾ ਹੀ ਚਾਹੀਦਾ। ਬਟ ਉਹਦੇ ਉੱਤੇ ਨਾ ਇੱਕ ਮੈਂਸ਼ਨ ਹੁੰਦਾ ਵਾ ਵੀ ਹਾਂ ਇਹ ਅਗਲੇ ਇੰਨੇ ਟਾਈਮ ਲਈ ਵੈਲਿਡ ਆ, ਮਤਲਬ ਅਗਲੇ ਜਿਹੜੇ ਸਾਲ ਦੇ ਵਿੱਚ ਤੁਹਾਡਾ ਬਣਿਆ ਹੁੰਦਾ ਨਾ ਉਸ ਤੋਂ ਅਗਲੇ 1 ਸਾਲ ਲਈ ਵੈਲਿਡ ਹੁੰਦਾ, ਉਹ ਤੇ ਵੈਲਿਡਿਟੀ ਲਿਖੀ ਹੁੰਦੀ ਆ, ਠੀਕ ਆ। ਹੁਣ ਇਹ ਬੋਰਡ ਤੇ ਡਿਪੈਂਡ ਕਰਦਾ ਹੋਵੇ ਕਿ ਜਦੋਂ ਤੁਸੀਂ ਭਰਿਆ ਸੀ ਉਸ ਟਾਈਮ ਦੀ ਵੈਲਿਡਿਟੀ ਮੈਂਸ਼ਨ ਕਰਨਗੇ ਕਿ ਹੁਣ ਇਸ ਟਾਈਮ ਦੇ ਉੱਤੇ, ਕਿਉਂਕਿ ਭਰਤੀ ਨੂੰ ਵੀ ਕਾਫੀ ਟਾਈਮ ਹੋ ਗਿਆ, ਠੀਕ ਆ, ਚੱਲਦੀ ਨੂੰ। ਹਾਂਜੀ, ESM ਸੈਲਫ ਤੇ ਡਿਪੈਂਡੈਂਟ ਦੇ ਇੱਕ ਸਰਟੀਫਿਕੇਟ ਹੁੰਦੇ ਨੇ, ਉਹ ਸੈਨਿਕ ਭਲਾਈ ਵਿਭਾਗ ਤੋਂ ਲੈ ਕੇ ਜਾਣੇ ਆ ਇਹਨਾਂ ਨੇ। ਸਪੋਰਟਸ ਨਾਲ ਡਿਪੈਂਡੈਂਟ ਜਿਹੜੇ ਹੁੰਦੇ ਨੇ ਗ੍ਰੇਡੇਸ਼ਨ ਸਰਟੀਫਿਕੇਟ ਉਹ ਵੀ ਲੈ ਕੇ ਜਾਣੇ ਆ। ਰਾਖਵੀਆਂ ਸ਼੍ਰੇਣੀਆਂ ਜਾਂ EWS ਦਾ ਇਹ ਸਾਰੇ ਸਰਟੀਫਿਕੇਟ ਤੁਸੀਂ 5 ਸਾਲ ਆ ਜ਼ਰੂਰ ਧਿਆਨ ਰੱਖਣਾ। ਜਿਹੜੇ ਵੀ ਕੈਂਡੀਡੇਟ ਰਾਖਵੀਆਂ ਸ਼੍ਰੇਣੀਆਂ ਜਿਹਨੇ ਕਿ ਮਤਲਬ ਕਿ ਰਿਜ਼ਰਵੇਸ਼ਨ ਦਾ ਫਾਇਦਾ ਲੈਣਾ ਜਾਂ EWS ਹੋ ਗਈ, ਠੀਕ ਆ, ਇਹਨਾਂ ਨੇ ਕੀ ਕਰਨਾ, ਇੱਕ ਤਾਜ਼ਾ ਜਾਰੀ ਕੀਤਾ ਗਿਆ 5 ਸਾਲ ਤੋਂ ਘੱਟ ਪੁਰਾਣਾ ਰਿਹਾਇਸ਼ੀ ਸਰਟੀਫਿਕੇਟ ਨਹੀਂ ਹੋਣਾ ਚਾਹੀਦਾ, ਠੀਕ ਹੈ। ਮਤਲਬ ਜਿਹੜਾ ਤੁਹਾਡਾ ਕਿ ਡੋਮੀਸਾਈਲ ਸਰਟੀਫਿਕੇਟ ਹੁੰਦਾ ਵਾ ਉਹ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਧਿਆਨ ਰੱਖਣੀ ਆ। ਸ਼ਨਾਖਤੀ ਸਬੂਤ ਵਜੋਂ ਆਧਾਰ ਕਾਰਡ ਲੈ ਕੇ ਜਾਣਾ, ਪਾਸਪੋਰਟ ਹੋ ਜਾਵੇ ਚਾਹੇ ਵੋਟਰ ਸ਼ਨਾਖਤੀ ਕਾਰਡ ਜਾਂ ਡਰਾਈਵਿੰਗ ਲਾਇਸੈਂਸ, ਕੋਈ ਉਹਨਾਂ 'ਚੋਂ ਇੱਕ ਲੈ ਜਾਓ, ਠੀਕ ਆ। ਸੋ ਇਹ ਸੀਗਾ ਬਸ ਆ ਤੁਹਾਡੇ ਨਾਲ ਕੈਂਡੀਡੇਟਸ ਦੀ ਲਿਸਟ ਦਿੱਤੀ ਹੋਈ ਆ, ਹੋਰ ਇਹਦੇ ਵਿੱਚ ਕੁਛ ਨਹੀਂ ਗਾ, ਠੀਕ ਆ। ਕੋਈ ਡਾਊਟ ਹੋਵੇ ਤਾਂ ਤੁਸੀਂ ਮੈਸੇਜ ਕਰ ਦਿਓ ਆਪਣਾ ਜਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਲਿਓ, ਤਾਂ ਜਿੰਨਾ ਵੀ ਆਪਾਂ ਨੂੰ ਪਤਾ ਹੋਏਗਾ ਆਪਾਂ ਤੁਹਾਨੂੰ ਦੱਸ ਦੇਵਾਂਗੇ, ਠੀਕ ਆ। ਸੋ ਇਹਨਾਂ ਨੇ ਸਾਫ਼ ਲਫ਼ਜ਼ ਲਗਾਇਆ, ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਸੈਲਫ ਅਟੈਸਟਡ ਫੋਟੋ ਕਾਪੀਆਂ, ਮਤਲਬ ਫੋਟੋ ਕਾਪੀਆਂ, ਇਹ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਨੇ, ਠੀਕ ਆ। ਅਨੈਕਸਚਰ A, B ਤੇ C ਵੀ ਤੁਹਾਡੇ ਕੋਲੇ ਹੋਣਾ ਚਾਹੀਦਾ, ਤੇ ਫੋਟੋ ਕਾਪੀਆਂ ਜਿਹੜੀਆਂ ਹੋਣੀਆਂ ਉਹਨੂੰ ਸਿਗਨੇਚਰ ਮਤਲਬ ਸੈਲਫ ਅਟੈਸਟਡ ਹੁੰਦਾ ਵਾ, ਸਵੈ ਤਸਦੀਕ ਦਾ, ਉਹਦੇ ਉੱਤੇ ਸਾਈਨ ਕਰਕੇ ਪਹਿਲਾਂ ਤੋਂ ਲੈ ਕੇ ਜਾਣੀਆਂ, ਤੇ ਫਾਈਲ ਕਵਰ ਦੇ ਵਿੱਚ ਪਾਉਣੀਆਂ। ਜਿਹੜੀ ਮੈਂ
ਤੁਹਾਨੂੰ ਦੱਸਿਆ ਕਿ ਫਾਈਲ ਜਿਹੜੀ ਹੁੰਦੀ ਆ, ਠੀਕ ਆ, ਆਫਿਸ ਫਾਈਲ ਹੁੰਦੀ ਆ, ਉਹਦੇ ਵਿੱਚ ਪਾ ਕੇ ਲੈ ਕੇ ਜਾਣੀ ਆ। ਉਹ 'ਚ ਟੈਗ ਲੱਗ ਜਾਂਦਾ ਹੁੰਦਾ, ਠੀਕ ਆ, ਇੱਕ ਤਾਂ ਉਹ ਪਾਉਣਾ। ਤੁਸੀਂ ਪਲਾਸਟਿਕ ਦਾ ਫੋਲਡਰ ਜਿਹੜਾ ਹੁੰਦਾ ਵਾ ਨਾ, ਜਿਹਦੇ ਮਤਲਬ ਉਹ ਲੱਗ ਜਾਂਦੀ ਹੁੰਦੀ ਆ, ਉਹ ਪਲਾਸਟਿਕ ਦਾ ਨਹੀਂ ਲੈ ਕੇ ਜਾਣਾ, ਠੀਕ ਆ। ਇੱਕ ਸਿੰਪਲ ਹੁੰਦਾ ਵਾ, ਗੱਤੇ ਦਾ ਕਵਰ ਹੁੰਦਾ, ਉਹ ਲੈ ਕੇ ਜਾਣਾ ਵਾ। ਸੋ ਇਹ ਸੀਗਾ ਜੀ, ਠੀਕ ਆ ਜੀ। ਸੋ ਕੋਈ ਹੋਰ ਡਾਊਟ ਹੋਵੇ ਤਾਂ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ। ਸੋ ਜਲਦੀ ਤੋਂ ਜਲਦੀ, ਜੇਕਰ ਤੁਹਾਡਾ ਕੋਈ ਪ੍ਰੂਫ ਇਸ ਟਾਈਮ ਦੇ ਉੱਤੇ ਨਹੀਂ ਵੀਗਾ, ਠੀਕ ਆ। ਸੋ ਕੁਝ ਕੈਂਡੀਡੇਟਸ ਦੇ ਜਿਵੇਂ ਲਗਾ ਲਓ ਕਿ ਇਹ ਦਿੱਤਾ ਹੋਇਆ, ਆਹ ਚੀਜ਼ ਦੇਖ ਲਓ ਇੱਕ ਵਾਰੀ, ਕਮੇਟੀ 1, ਜਿੱਦਾਂ ਕਿ 3 ਅਗਸਤ ਨੂੰ 2 ਵਜੇ ਆਹ ਕਮੇਟੀ ਦਾ ਇੰਨੀ ਤਰੀਕ ਨੂੰ ਇੰਨੀ ਦੇ ਤੁਹਾਡੇ ਨਾਮ ਵਾਈਜ਼ ਦਿੱਤਾ ਹੋਇਆ। ਸੋ ਇਹਦੇ ਅਨੁਸਾਰ ਤੁਸੀਂ ਜਾਣਾ ਵਾ। ਹੁਣ ਮੈਂ ਇੱਕ ਤੁਹਾਨੂੰ ਹੋਰ ਵੀ ਦਿਖਾ ਦਿੰਦਾ, ਆਹ ਦੇਖ ਲਓ ਜੀ। ਹੁਣ 9, ਇਹ ਕਾਫੀ ਵੱਡੀ ਪੇਜ ਆ, ਇਹਨੂੰ ਸਾਰੇ ਨੂੰ ਪ੍ਰਿੰਟ ਕਰਾਉਣ ਦੀ ਜ਼ਰੂਰਤ ਨਹੀਂ, ਠੀਕ ਆ ਜੀ। ਤੁਹਾਨੂੰ ਇਹ ਜਸਟ ਇਹਨਾਂ ਦੇ ਨਾਮ ਦਿੱਤੇ ਹੋਏ, ਉੱਪਰ ਵਾਲੇ ਜਿਹੜੇ ਅਨੈਕਸਚਰ ਦਿੱਤੇ ਹੋਏ ਨੇ ਉਹੀ ਪ੍ਰਿੰਟ ਕਢਾਉਣੇ ਆ ਤੁਸੀਂ, ਠੀਕ ਆ। ਸੋ ਆਹ ਦੇਖ ਲਓ ਜੀ, 4 ਤਰੀਕ ਨੂੰ ਸਾਰੀਆਂ ਕਮੇਟੀਆਂ ਦੇ ਨਾਮ ਇਹਨਾਂ ਦੇ ਦਿੱਤੇ ਹੋਏ ਨੇ। ਸੋ ਇਹ ਤੁਸੀਂ ਦੇਖ ਸਕਦੇ ਹੋ ਆਪਣਾ, ਠੀਕ ਆ। ਸੋ ਆਹ 5 ਤਰੀਕ ਨੂੰ ਆਪਾਂ ਇੱਕ ਵਾਰੀ ਤੁਹਾਨੂੰ ਥੱਲਿਓਂ ਇੱਕ ਵਾਰੀ ਦਿਖਾ ਦਿੰਦੇ ਹਾਂ, ਠੀਕ ਆ ਜੀ। ਸੋ ਆਹ ਦੇਖ ਲਓ ਜੀ, 9 ਤਰੀਕ ਨੂੰ 10 ਤਰੀਕ ਤੱਕ ਇਹ ਚੱਲਦੀ ਰਹੇਗੀ, ਠੀਕ ਆ ਜੀ। 10 ਤਰੀਕ, ਆਹ ਦੇਖੋ 9 ਤਰੀਕ ਨੂੰ ਚੱਲ ਰਹੀ ਆ। ਸੋ ਇੱਕ ਕਲਰਕ ਦੀ ਆਪਣੀ 9 ਨੂੰ ਖਤਮ ਹੋ ਜਾਏਗੀ, ਅਤੇ ਦੂਸਰਿਆਂ ਦੀ ਸ਼ਾਇਦ 10 ਨੂੰ। ਤੁਸੀਂ ਆਪਦਾ ਰੋਲ ਨੰਬਰ ਚੈੱਕ ਕਰੋ, ਬਸ ਹੋਰ ਕੁਛ ਤੁਹਾਨੂੰ ਚੈੱਕ ਕਰਨ ਦੀ ਜ਼ਰੂਰਤ ਨਹੀਂ, ਠੀਕ ਆ। ਸੋ ਸਾਰਾ ਟਾਈਮ ਵੀ ਦਿੱਤਾ ਹੋਇਆ ਵਾ ਨਾਲ, ਕਿਹੜੀ ਕਮੇਟੀ ਕਰੂਗੀ, ਠੀਕ ਆ। ਤੁਸੀਂ ਆਹ ਦੇਖਣਾ ਤੇ ਆਪਦਾ ਨਾਮ ਵਗੈਰਾ ਦੇਖ ਕੇ ਉਸ ਅਨੁਸਾਰ ਜਾਣਾ ਵਾ, ਠੀਕ ਹੈ ਜੀ। ਬਾਕੀ ਆਲ ਦੀ ਬੈਸਟ ਸਾਰੇ ਕੈਂਡੀਡੇਟਸ ਨੂੰ। ਕੋਈ ਹੋਰ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਆਪਾਂ ਨੂੰ ਜਿੰਨਾ ਵੀ ਪਤਾ ਲੱਗੇਗਾ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂਗੇ। ਧੰਨਵਾਦ ਜੀ।